ਬਾਰੇ ਆਪਾਂ ਪਹਿਲੇ ਦੋ ਸ਼ਲੋਕਾਂ ਬਾਰੇ ਜਿਹੜਾ ਆਪਾਂ ਚਰਚਾ ਕਰ ਚੁੱਕੇ ਹਾਂ ਪਹਿਲਾਂ, ਤੇ ਅੱਜ ਆਪਾਂ ਦੂਜੇ ਅਧਿਆਏ ਦੇ ਤੀਜੇ ਤੇ ਚੌਥੇ ਸ਼ਲੋਕ ਬਾਰੇ ਕੁਝ ਡਿਸਕਸ ਕਰਾਂਗੇ। ਤੇ ਤੀਜਾ ਸ਼ਲੋਕ ਹੈ, ਮੈਂ ਪੜਾਂਗਾ ਇਹਨੂੰ। ਕਲੈਭ्यम ਮਾ ਸਮਾਗਮਾ ਪਾਰਥਾ न तत्व उपपद्यते क्षुद्रम हृदय दौर्बल्यम तत्व त्यक्त उत्तिष्ठ परंतपा। कलैभ्यम महा समागम मतलब इस नपुंसकता ਨੂੰ ਪ੍ਰਾਪਤ ਨਾ ਹੋਵੋ। ਕਲੈਭ्य मतलब नपुंसकता, महासम मतलब ना, गमा गमा मतलब प्राप्त होवो। पार्थ हे पृथा पुत्र, ना 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 कदी कदी नहीं। एतत एतत मतलब ए, तवी तवी मतलब ਤੁਹਾਨੂੰ उपपद्य ते शोभा ਦਿੰਦਾ है। क्षुद्र 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 मतलब तुच्छ। हृदय हृदय दी दौर्बल्यम कमजोरी, तत्व त्याग के उत्तिष्ठ खड़ा हो, परम तप हे दुश्मना ने दमन करने वाले। अनुवाद तात्पर्य श्रील प्रभुपाद के द्वारा। श्रील प्रभुपाद दी जय। हे प्रथा पुत्र, इस हीन नपुंसकता ਨੂੰ ਛੱਡ, ਇਹ ਤੈਨੂੰ ਨਹੀਂ ਸ਼ੋਭਦੀ। हे ਦੁਸ਼ਮਣਾਂ ਦੇ ਦਮਨ ਕਰਨ ਵਾਲੇ, ਹਿਰਦੇ ਦੀ ਤੁੱਛ ਕਮਜ਼ੋਰੀ ਨੂੰ ਤਿਆਗ ਕੇ ਜੰਗ ਲਈ ਖੜੇ ਹੋ ਜਾਓ। ਤਾਂ ਇੱਥੇ श्रील प्रभुपाद लिख रहे हैं कि कलैभ्यम मां समागमा, इस नपुंसकता ਨੂੰ, मां मतलब नहीं, समगमा मतलब प्राप्त ना हो। वो भगवान कृष्ण बोल रहे हैं कि हे पार्थ, तू इस कलैभ्य मतलब इस नपुंसकता ਨੂੰ प्राप्त ना हो। नैतिक उपपद्य ते, ਇਹ ਤੈਨੂੰ ਸ਼ੋਭਾ ਨਹੀਂ ਦਿੰਦਾ। ਜਿਵੇਂ ਆਪਾਂ ਕਈ ਵਾਰੀ ਕਹਿੰਦੇ ਆ ਕਿ ਵੀ ਤੁਸੀਂ ਸਮਾਜ ਦੇ ਹੋ ਜਾਂ ਸਕੂਲ ਦੇ ਹੋ, ਤੁਹਾਨੂੰ ਇਹ ਛੋਟਾ ਕੰਮ ਕਰਨਾ ਸ਼ੋਭਾ ਨਹੀਂ ਦਿੰਦਾ, ਤਾਂ ਭਗਵਾਨ ਵੀ ਇੱਥੇ ਹੀ ਕਹਿ ਰਹੇ ਆ ਕਿ ਤੈਨੂੰ ਇਹ ਕੰਮ ਕਰਨਾ ਜਿਹੜਾ ਹੈ ਸ਼ੋਭਾ ਨਹੀਂ ਦਿੰਦਾ, ਕਿਉਂਕਿ ਤੂੰ ਪ੍ਰਥਾ ਦਾ ਪੁੱਤਰ ਹੈ। ਇੱਥੇ ਕੀ ਕਹਿ ਰਿਹਾ? ਪ੍ਰਥਾ ਪੁੱਤਰ। ਇਹ ਪ੍ਰਥਾ ਮਤਲਬ ਅਰਜੁਨ ਭਗਵਾਨ ਦੇ ਪਿਤਾ ਵਾਸੂਦੇਵ ਦੀ ਭੈਣ ਦਾ ਪੁੱਤਰ ਹੈ, ਅਤੇ ਇੰਨੇ ਉੱਚ ਕੁਲ ਵਿੱਚ ਹੈ ਕਿ ਉਸਦੇ ਕੁਲ ਦਾ ਖੱਤਰੀ ਹੈ, ਤੇ ਤੈਨੂੰ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਤੂੰ ਖੱਤਰੀ ਹੈ। ਠੀਕ ਹੈ। ਜਿਵੇਂ ਆਪਾਂ ਕੋਈ ਜਿਵੇਂ ਮੈਂ ਕਾਲਜ ਸੀ, ਤਾਂ ਉੱਥੇ ਆਪਾਂ ਕਈ ਵਾਰ ਕੋਈ ਉੱਚੀ ਪੋਸਟ ਦਾ ਮਤਲਬ ਪ੍ਰਿੰਸੀਪਲ ਵੀ ਜਿਹੜਾ ਹੈ ਕੋਈ ਛੋਟੇ ਲੈਵਲ ਕੰਮ ਕਰਦਾ, ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਇਹ ਕੰਮ ਜਿਹੜਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਠੀਕ ਹੈ। ਤਾਂ ਇਹ ਕੰਮ ਤੁਹਾਨੂੰ ਨਹੀਂ ਕਰਨਾ ਕਿਉਂਕਿ ਤੁਸੀਂ ਪ੍ਰਿੰਸੀਪਲ ਹੋ ਕਾਲਜ ਦੇ। ਠੀਕ ਹੈ। ਇਸੇ ਤਰ੍ਹਾਂ ਜਿਹੜਾ ਅਰਜੁਨ ਵੀ ਜਿਹੜਾ ਪਾਰਥ ਨੂੰ ਕਹਿ ਰਿਹਾ ਕਿ ਤੂੰ ਜਿਹੜਾ ਪ੍ਰਥਾ ਪੁੱਤਰ ਹੈ, ਕੁੰਤੀ ਦਾ ਪੁੱਤਰ ਹੈ। ਈਵਨ ਕਿ ਪ੍ਰਥਾ ਮਤਲਬ ਕੀ ਹੈ ਕਿ ਤੈਨੂੰ ਕੁੰਤੀ ਮਹਾਰਾਣੀ ਨੇ ਦੇਵਰਾਜ ਇੰਦਰ ਤੋਂ ਪ੍ਰਾਪਤ ਕੀਤਾ ਹੈ, ਮਤਲਬ ਤੂੰ ਇੰਦਰ ਦੇਵਤਾ ਦਾ ਪੁੱਤਰ ਹੈ। ਇਸ ਕਰਕੇ ਤੈਨੂੰ ਇਹ ਚੀਜ਼ ਸ਼ੋਭਦੀ ਨਹੀਂ ਹੈ ਕਿ ਤੂੰ ਇਸ ਤਰ੍ਹਾਂ ਜਿਹੜਾ ਆਪਣਾ ਗੰਢੀ ਛੱਡ ਕੇ ਆਪਣਾ ਨਪੁੰਸਕਤਾ ਵੱਲ ਮੰਗ ਕਰ ਰਹੇ। ਵਿਅਕਤੀ ਦਾ उत्तिष्ठ परंतपा मतलब इस तो बाद की कह रहे हैं, क्षुद्र हृदय दौर्बल्यम, व्यक्ति ਦਾ उत्तिष्ठ परंतपा। ਤਾਂ ਇਸ क्षुद्र हृदय दौर्बल्यम मतलब दौर्बल्यम ਦਾ ਅਰਥ ਹੁੰਦਾ ਕਿ ਦਿਲ ਦੀ ਦੁਰਬਲਤਾ ਜਾਂ ਦਿਲ ਦੀ ਕਮਜ਼ੋਰੀ। ਠੀਕ ਹੈ। ਦੁਰਬਲਤਾ मतलब इसका मतलब ਇਹ ਨਹੀਂ ਕਿ ਹਾਰਟ ਅਟੈਕ इसका मतलब ਇਹ ਨਹੀਂ ਹੈ ਕਿ ਅਰਜੁਨ ਨੇ ਜਿਹੜਾ ਕਿ ਆਪਣਾ ਦੇਸੀ ਘੀ ਨਹੀਂ ਖਾਇਆ ਸੀ, ਉਹਨੇ ਰਿਫਾਈਨਡ ਖਾਇਆ ਸੀ, ਇਸ ਕਰਕੇ ਉਹਦਾ ਦਿਲ ਜਿਹੜਾ ਕਮਜ਼ੋਰ ਹੋ ਗਿਆ, ਨਹੀਂ। ਬਲਕਿ इसका मतलब है कि हृदय दौर्बल्यम ਦਾ अर्थ है कि जो ਧਰਮ है उसकी पालन नहीं कर सकना, मतलब आत्म शक्ति के कारण, आसक्ति के कारण अपने जो धर्म है उसकी पालना ना कर पाना, ਉਹਨੂੰ ਕਹਿੰਦੇ ਆਪਾਂ ਹਿਰਦੇ ਦੌਰਬल्यम, ਦਿਲ ਦੀ ਕਮਜ਼ੋਰੀ, ਜਿਸਦਾ ਆਪਾਂ ਮੇਨ ਆਪਣਾ ਟਾਈਟਲ ਹੈ ਅੱਜ ਦਾ। ਠੀਕ ਹੈ। ਤਾਂ ਪਿਛਲੇ ਅਧਿਆਇ ਵਿੱਚ ਆਪਾਂ ਵੇਖਿਆ ਸੀ ਕਿ ਅਰਜੁਨ ਕਹਿ ਰਿਹਾ ਸੀ ਕਿ ਇਹ ਮੇਰੇ ਪੂਜਨੀਏ ਹੈ ਤੇ ਮੈਂ ਉਹਨਾਂ ਨੂੰ ਕਿਵੇਂ ਮਾਰਾਂਗਾ, ਕੀ ਹੋਵੇਗਾ, ਪਾਪ ਲੱਗੇਗਾ ਮੈਨੂੰ। ਤਾਂ ਇਹ ਅਰਜੁਨ ਦੇ ਖੱਤਰੀ ਧਰਮ ਨੂੰ ਪਾਲਣਾ ਕਰਨ ਵਿੱਚ ਉਸਦੀ ਕਾਤਰਤਾ ਸੀ, ਉਹ ਕਾਇਰਤਾ ਸ਼ੋ ਕਰ ਰਿਹਾ ਸੀ। ਠੀਕ ਹੈ। ਕਿ ਮੈਂ ਇਹ ਨਹੀਂ ਕਰ ਪਾ ਰਿਹਾ। ਤਾਂ ਕੀ ਕਹਿ ਰਹੇ, ਭਗਵਾਨ ਕਹਿ ਰਹੇ ਕਿ ਇਸ ਕਲੈਭ्यम ਨੂੰ ਤਿਆਗ ਦੋ, ਮਤਲਬ ਇਸ ਨਪੁੰਸਕਤਾ ਨੂੰ ਤਿਆਗ ਦੋ। ਉੱਤਿਸ਼ਟ ਮਤਲਬ ਖੜੇ ਹੋ, ਅਤੇ ਪਰੰਤਪਾ ਮਤਲਬ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ, ਦੁਸ਼ਮਣਾਂ ਦਾ ਦਮਨ ਕਰਨ ਵਾਲਾ। ਇਸ ਵਿੱਚ ਤੁਸੀਂ ਬੜੇ ਸક્ષਮ ਹੋ ਕਿਉਂਕਿ ਤੁਸੀਂ ਦੁਸ਼ਮਣਾਂ ਦਾ ਨਾਸ਼ ਕਈ ਵਾਰੀ ਕੀਤਾ। ਆਪਾਂ ਜੇ ਕੋਈ ਕਿਸੇ ਹੋਰ ਆਦਮੀ
ਖੱਤਰੀ ਦੀ ਗੱਲ ਕਰੀਏ ਜੇਕਰ, ਤਾਂ ਉਹਨੂੰ ਹੋ ਸਕਦਾ ਸ਼ੋਭਾ ਦੇ ਸਕਦਾ ਕਿ ਉਹ ਆਪਣਾ ਯੁੱਧ ਦਾ ਮੈਦਾਨ ਜਿਹੜਾ ਛੱਡ ਕੇ ਜਾ ਰਿਹਾ, ਪਰ ਭਗਵਾਨ ਇੱਥੇ ਕਹਿ ਰਹੇ ਤੂੰ ਮੇਰਾ ਸਖਾ ਹੈ, ਤੂੰ ਮੇਰਾ ਮਿੱਤਰ ਹੈ, ਇਸ ਲਈ ਤੈਨੂੰ ਇਹ ਬਿਲਕੁਲ ਵੀ ਸ਼ੋਭਾ ਨਹੀਂ ਦੇ ਰਿਹਾ। ਜਿਸ ਤਰ੍ਹਾਂ ਜਦੋਂ ਅਰਜੁਨ ਜਿਹੜਾ ਹੈ ਬ੍ਰਿਹਨਲਾ ਦੇ ਰੂਪ ਵਿੱਚ ਸੀ, ਬ੍ਰਿਹਨਲਾ ਦੇ ਰੂਪ ਵਿੱਚ ਕਦੋਂ ਸੀ, ਜਦੋਂ ਉਹ ਵਿਰਾਟ ਰਾਜ ਦੇ ਵਿੱਚ ਜਦੋਂ ਕੁਰੂਆਂ ਨੇ ਉਸ ਤੇ ਹਮਲਾ ਕੀਤਾ ਸੀ, ਉਹ ਕੁਝ ਟਾਈਮ ਵਾਸਤੇ ਜਿਹੜਾ ਬ੍ਰਿਹਨਲਾ ਦਾ ਨਪੁੰਸਕਤਾ ਦਾ ਮਤਲਬ ਉਹਨੇ ਸਰੀਰਕ ਤੌਰ ਤੇ ਉਹ ਬਣਿਆ ਸੀ ਸ਼ਰਾਪ ਦੇ ਕਾਰਨ, ਕਿਉਂਕਿ ਉਹਨੂੰ ਸ਼ਰਾਪ ਮਿਲਿਆ ਹੋਇਆ ਸੀ। ਤਾਂ ਬ੍ਰਿਹਨਲਾ ਦੇ ਰੂਪ ਵਿੱਚ ਜਿਹੜਾ ਹੈ ਵਿਰਾਟ ਰਾਜ ਵਿੱਚ ਜਦੋਂ ਕੁਰੂਆਂ ਨੇ ਹਮਲਾ ਕੀਤਾ ਸੀ, ਤਾਂ ਵਿਰਾਟ ਰਾਜਾ ਜਿਹੜਾ ਕਿਤੇ ਹੋਰ ਜਗ੍ਹਾ ਤੇ ਯੁੱਧ ਕਰਨ ਗਿਆ ਹੋਇਆ ਸੀ, ਤਾਂ ਉਸ ਸਮੇਂ ਰਾਜੇ ਦਾ ਪੁੱਤਰ ਜਿਸਦਾ ਨਾਮ ਸੀ ਉੱਤਰ, ਤਾਂ ਉਹ ਬ੍ਰਿਹਨਲਾ ਮਤਲਬ ਉਹ ਕਹਿੰਦਾ ਕਿ ਮੈਂ ਯੁੱਧ ਕਰਾਂਗਾ, ਰਾਜਾ ਦਾ ਪੁੱਤਰ ਕਹਿੰਦਾ ਮੈਂ ਯੁੱਧ ਕਰਾਂਗਾ। ਹੁਣ ਤਾਂ ਵਿਰਾਟ ਰਾਜਾ ਜਿਹੜਾ ਹੈ ਇੱਕ ਹੋਰ ਜਗ੍ਹਾ ਯੁੱਧ ਕਰਨ ਗਿਆ ਹੋਇਆ ਸੀ, ਤੇ ਉਸ ਸਮੇਂ ਰਾਜਾ ਦਾ ਪੁੱਤਰ ਅਤੇ ਬ੍ਰਿਹਨਲਾ ਅਰਜੁਨ ਸਹੀ ਸੀ। ਹੁਣ ਪ੍ਰਸ਼ਨ ਇਹ ਸੀ ਕਿ ਰਾਜਾ ਤਾਂ ਉੱਥੋਂ ਚਲਾ ਗਿਆ ਸੀ, ਹੁਣ ਯੁੱਧ ਕੌਣ ਕਰੇਗਾ ਕੁਰੂਆਂ ਨਾਲ। ਤਾਂ ਇੱਕ ਤਰਫ ਤਾਂ ਮਤਸਿਆ ਨਰੇਸ਼ ਤੇ ਹਮਲਾ ਕੀਤਾ, ਮਤਸਿਆ ਨਰੇਸ਼ ਨੇ ਹਮਲਾ ਕੀਤਾ ਸੀ, ਤੇ ਦੂਜੇ ਪਾਸੇ ਜਿਹੜਾ ਕੁਰੂਆਂ ਨੇ ਹਮਲਾ ਕਰਤਾ ਸੀ। ਤਾਂ ਵਿਰਾਟ ਦੇ ਰਾਜਾ ਦਾ ਪੁੱਤਰ ਜਿਹੜਾ ਉੱਤਰ ਕਹਿਣ ਲੱਗਿਆ ਕਿ ਮੈਂ ਇਕੱਲਾ ਹੀ ਸਾਰੇ ਕੁਰੂਆਂ ਨੂੰ ਮਾਰ ਦਾਂਗਾ, ਸਾਰਿਆਂ ਨੂੰ ਹਰਾ ਦਾਂਗਾ, ਕੀ ਦਿੱਕਤ ਹੈ, ਪਰ ਮੇਰੇ ਕੋਲ ਇੱਕ ਦਿੱਕਤ ਹੈ ਕਿ ਮੇਰੇ ਕੋਲ ਸਾਰਥੀ ਨਹੀਂ ਹੈ ਕੋਈ। ਠੀਕ ਹੈ, ਪਰ ਮੇਰੇ ਕੋਲ ਦਿੱਕਤ ਕੀ ਹੈ ਕਿ ਮੇਰੇ ਕੋਲ ਸਾਰਥੀ ਨਹੀਂ ਹੈ। ਤਾਂ ਦ੍ਰੋਪਦੀ ਜੋ ਉੱਥੇ ਸਰੰਦਰੀ ਦੇ ਰੂਪ ਵਿੱਚ ਸੀ, ਤਾਂ ਉਹਨੇ ਕਿਹਾ ਕਿ ਮੈਂ ਇਹ ਬ੍ਰਿਹਨਲਾ ਜਿਹੜੇ ਅਰਜੁਨ ਹੈ ਉਸਨੂੰ, ਉਹ ਸਾਰਥੀ ਸੀ, ਅਰਜੁਨ ਦੀ ਸਾਰਥੀ ਸੀ ਬ੍ਰਿਹਨਲਾ, ਤੇ ਕਈ ਯੁੱਧ ਦੇ ਵਿੱਚ ਜਿਹੜਾ ਇਸ ਬ੍ਰਿਹਨਲਾ ਨੇ ਜਿਹੜਾ ਅਰਜੁਨ ਦਾ ਸਾਥ ਦਿੱਤਾ ਸੀ, ਤਾਂ ਤੁਸੀਂ ਇਹਨੂੰ ਲੈ ਜਾਓ। ਠੀਕ ਹੈ, ਤਾਂ ਉਸ ਸਮੇਂ ਉਹਨੂੰ ਲੈ ਗਿਆ। ਠੀਕ ਹੈ, ਉਸ ਸਮੇਂ ਬੜੇ ਇੰਟਰਸਟਿੰਗ ਦੀ ਗੱਲ ਹੈ ਕਿ ਉਸ ਸਮੇਂ ਅਰਜੁਨ ਜਿਹੜਾ ਨਪੁੰਸਕ ਸੀ, ਠੀਕ ਹੈ, ਸਰੀਰਕ ਤੌਰ ਤੇ, ਠੀਕ ਹੈ, ਤੇ ਫਿਜ਼ੀਕਲ ਨਪੁੰਸਕ ਸੀ। ਤਾਂ ਦ੍ਰੋਪਦੀ ਨੇ ਕਿਹਾ ਕਿ ਇਹ ਜਾਏਗੀ ਤੁਹਾਡੇ ਨਾਲ ਜਾਂ ਜਾਏਗਾ, ਤਾਂ ਦ੍ਰੋਪਦੀ ਨੇ ਕਿਹਾ ਕਿ ਇਹ ਜਾਏਗੀ ਤੁਹਾਡੇ ਨਾਲ, ਤਾਂ ਉੱਤਰ ਨੇ ਕਿਹਾ ਕਿ ਇਹ ਕਿਵੇਂ ਜਾਏਗੀ, ਇਹ ਤਾਂ ਨਪੁੰਸਕ ਹੈ। ਤਾਂ ਦ੍ਰੋਪਦੀ ਨੇ ਕਿਹਾ ਕਿ ਇਹ ਅਰਜੁਨ ਦੇ ਲਈ ਸਾਰਥੀ ਦਾ ਕੰਮ ਕਰਦੀ ਸੀ। ਤਾਂ ਉਹ ਗਏ, ਅਤੇ ਜਦ ਉੱਤਰ ਨੇ ਕੁਰੂਆਂ ਨੂੰ ਵੇਖਿਆ ਤਾਂ ਉਹਦੀ ਹਾਲਤ ਹੀ ਖਰਾਬ ਹੋ ਗਈ ਉੱਥੇ। ਤਾਂ ਉਹ ਕਹਿਣ ਲੱਗਿਆ ਮੈਂ ਜਾ ਰਿਹਾ, ਅਰਜੁਨ ਉਸਨੂੰ ਫੜਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਸਾਰਥੀ ਬਣੋ ਤੇ ਮੈਂ ਯੁੱਧ ਕਰਾਂਗੀ। ਤਾਂ ਉਸਨੇ ਉੱਤਰ ਨੂੰ ਦੱਸਿਆ ਕਿ ਮੈਂ ਬ੍ਰਿਹਨਲਾ ਨਹੀਂ ਹਾਂ, ਮੈਂ ਅਰਜੁਨ ਹਾਂ। ਫਿਰ ਉਸਨੇ ਇੱਕ ਪੇੜ ਤੋਂ ਆਪਣੇ ਸਾਰੇ ਅਸਤਰ ਸ਼ਸਤਰ ਕੱਢੇ ਅਤੇ ਸਾਰੇ ਕੌਰਵਾਂ ਨੂੰ ਹਰਾ ਦਿੱਤਾ ਸੀ। ਠੀਕ ਹੈ, ਤਾਂ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਅਰਜੁਨ ਨਪੁੰਸਕ ਸੀ ਸਰੀਰਕ ਤੌਰ ਤੇ, ਤਾਂ ਕਾਇਰਤਾ ਨੂੰ ਪ੍ਰਾਪਤ ਨਹੀਂ ਹੋਇਆ, ਉਸਨੇ ਸਾਰੇ ਕੌਰਵਾਂ ਨੂੰ ਹਰਾ ਦਿੱਤਾ ਸੀ, ਪਰ ਜਦੋਂ ਹੁਣ ਖੱਤਰੀ ਦੇ ਰੂਪ ਹੀ ਸੀ ਤਾਂ ਹੁਣ ਉਹ ਨਪੁੰਸਕਤਾ ਦਿਖਾ ਰਿਹਾ ਸੀ। ਅਤੇ ਇਹ ਕੋਈ ਬਹੁਤ ਪੁਰਾਣੀ ਗੱਲ ਵੀ ਨਹੀਂ ਸੀ, ਯੁੱਧ ਹੋਣ ਤੋਂ ਕੁਝ ਮਹੀਨੇ ਪਹਿਲਾਂ ਦੀ ਗੱਲ ਸੀ, ਜਦੋਂ 13 ਸਾਲ ਖਤਮ ਹੋ ਗਏ ਸੀ, 13ਵੇਂ ਸਾਲ ਦੇ ਵਿੱਚ ਸੀ ਖਤਮ ਹੋਣ ਤੋਂ ਬਾਅਦ, ਉਸ ਟਾਈਮ ਉਹ ਜਦੋਂ ਨਪੁੰਸਕ ਬਣਿਆ ਹੋਇਆ ਸੀ ਸ਼ਰਾਬ ਦੇ ਕਾਰਨ, ਤਾਂ ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਸੀ ਯੁੱਧ ਤੋਂ, ਉਸ ਤੋਂ ਪਹਿਲਾਂ ਦੀ ਘਟਨਾ ਹੈ, ਕੁਝ ਮਹੀਨੇ ਪਹਿਲਾਂ ਦੀ ਘਟਨਾ। ਤੇ ਹੁਣ ਅਰਜੁਨ ਕਹਿ ਰਿਹਾ ਕਿ ਮੈਂ ਯੁੱਧ ਨਹੀਂ ਕਰ ਸਕਦਾ। ਕੋਈ ਅਧਮ ਖੱਤਰੀ ਜਿਹੜਾ ਹੈ ਯੁੱਧ ਤੋਂ ਭੱਜ ਰਿਹਾ ਹੋਵੇ ਤਾਂ ਆਪਾਂ ਸੋਚ ਸਕਦੇ ਹਾਂ, ਪਰ ਅਰਜੁਨ ਵਰਗੇ ਭਗਵਾਨ ਦੇ ਦੋਸਤ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਇਸ ਕਰਕੇ ਭਗਵਾਨ ਇੱਥੇ ਕਹਿ ਰਹੇ ਹੈ ਕਿ ਤੂੰ ਮੇਰਾ ਦੋਸਤ ਹੈ, ਤੈਨੂੰ ਇਹ ਸ਼ੋਭਾ ਨਹੀਂ ਦਿੰਦਾ। ਅਰਜੁਨ ਕਹਿਣਗੇ ਹੁਣ ਕਿ ਇਸ ਤਰ੍ਹਾਂ ਨਾ ਸੋਚੋ, ਮੈਂ ਯੁੱਧ ਤੇ ਲੜਨ ਲਈ ਕਾਇਰ ਨਹੀਂ ਬਣ ਰਿਹਾ, ਇੱਦਾਂ ਨਹੀਂ ਹੈ। ਤੁਸੀਂ ਸਪਸ਼ਟ ਤੌਰ ਤੇ ਵੇਖਿਆ ਹੈ ਕਿ ਜਿਹੜੇ ਮੇਰੇ ਪੂਜਣਯੋਗ ਹਨ, ਮੈਂ ਉਹਨਾਂ ਨਾਲ ਯੁੱਧ ਨਹੀਂ ਕਰਨਾ ਚਾਹੁੰਦਾ। ਇਹ ਵਿਵੇਕ ਹੈ ਮੇਰਾ ਕਿ ਪੂਜਣਯੋਗ ਲੋਕਾਂ ਦਾ ਅਸਮਾਨ ਨਹੀਂ ਕਰਨਾ ਚਾਹੀਦਾ। ਅਤੇ ਤੁਹਾਨੂੰ ਪਤਾ ਹੈ ਕਿ ਮੇਰੇ ਭਰਾ ਹੈ, ਜਦੋਂ ਮੈਂ ਉਹਨਾਂ ਦੇ ਬਾਣ ਚਲਾਵਾਂਗਾ ਤਾਂ ਉਹਨਾਂ ਨੂੰ ਦਰਦ ਹੋਵੇਗਾ, ਇਸ ਕਾਰਨ ਮੈਂ ਦਇਆ ਦਿਖਾ ਰਿਹਾ ਹਾਂ। ਤਾਂ ਭਗਵਾਨ ਕਹਿ ਰਹੇ हैं कि ਜਿਹੜੀ ਤੁਹਾਡੀ ਇਹ ਦਇਆ ਹੈ ਇਹ क्षुद्र है। क्षुद्र मतलब तुच्छ है। तू जो बोल रहा है वो तेरी दया है, तेरा विवेक है, पर ये क्षुद्र है। क्षुद्र मतलब तुच्छ है। इसी ਨੂੰ ਹੀ ਬੋਲ ਰਹੇ हैं ਹਿਰਦੇ ਦੌਰਬल्य, ਇਹੀ ਕਾਇਰਤਾ ਹੈ। ਠੀਕ ਹੈ, ਕਦੇ ਵੀ ਆਪਾਂ ਜਸਟੀਫਾਈ ਕਰਦੇ ਹਾਂ ਅਤੇ ਗੁਰੂ ਆਪਾਂ ਨੂੰ ਰੈਕਟੀਫਾਈ ਕਰਦੇ ਹਾਂ। ਠੀਕ ਹੈ, ਆਪਾਂ ਜਸਟੀਫਾਈ ਕਰਦੇ ਹਾਂ, ਗੁਰੂ ਰੈਕਟੀਫਾਈ ਕਰਦੇ। ਜਿਵੇਂ ਆਪਾਂ ਕਹਿੰਦੇ ਹਾਂ ਕਿ ਪ੍ਰਭੂ ਜੀ ਮੈਂ ਇੱਦਾਂ ਨਹੀਂ, ਮੈਂ ਉੱਦਾਂ ਨਹੀਂ, ਮਤਲਬ ਆਪਣੀ ਦਲੀਲਾਂ ਦੇਣ ਲੱਗ ਜਾਂਦੇ ਹਾਂ। ਠੀਕ ਹੈ, ਤਾਂ ਜਿਵੇਂ ਆਪਾਂ ਪ੍ਰਵਚਨ ਵੀ ਆਪਾਂ ਜੇ ਕੋਈ ਬੰਦਾ ਸੋ ਰਿਹਾ ਹੋਵੇ ਤਾਂ ਉਹਨੂੰ ਆਪਾਂ ਉਠਾਉਂਦੇ ਹਾਂ, ਤਾਂ ਉਹ ਉੱਠ ਕੇ ਕਹਿੰਦਾ ਕਿ ਨਹੀਂ ਮੈਂ ਸੋ ਥੋੜ੍ਹੀ ਰਿਹਾ ਸੀ, ਮੈਂ ਨਹੀਂ ਸੋ ਰਿਹਾ ਸੀ। ਦੂਜਾ ਬੰਦੇ ਨੂੰ ਆਪਾਂ ਉਠਾਈਏ, ਉਹ ਦੂਜਾ ਬਹਾਨਾ ਲਾਏਗਾ, ਭਾਈ ਜੀ ਮੈਂ ਰਾਤੀ ਸਾਰੀ ਰਾਤ ਨੀਂਦ ਨਹੀਂ ਆਈ, ਇਸ ਕਰਕੇ ਮੈਨੂੰ ਲੈਕਚਰ ਦੀ ਨੀਂਦ ਆਉਣ ਲੱਗ ਗਈ।
ठीक है। तो इस तरह ਜਿਹੜਾ ਹੈ ਆਪਾਂ ਬਹਾਨੇ ਦੇਖਦੇ ਹਾਂ, ਠੀਕ ਹੈ। ਤਾਂ ਇਸ ਤਰ੍ਹਾਂ ਅਲੱਗ-ਅਲੱਗ ਭਗਤ ਜਿਹੜੇ ਆ, ਅਲੱਗ-ਅਲੱਗ ਡਿਵੋਟੀ ਜਿਹੜੇ ਆ, ਅਲੱਗ-ਅਲੱਗ ਤਰ੍ਹਾਂ ਦੇ ਬਹਾਨੇ ਮਾਰਦੇ ਆ, ਠੀਕ ਹੈ। ਤਾਂ ਇੱਥੇ ਅਰਜੁਨ ਜਸਟੀਫਾਈ ਕਰ ਰਿਹਾ ਕਿ ਨਹੀਂ ਮੈਂ ਕਾਇਰ ਨਹੀਂ ਹਾਂ, ਠੀਕ ਹੈ, ਮੈਂ ਕਾਇਰ ਨਹੀਂ ਹਾਂ, ਇਹ ਤਾਂ ਮੇਰੀ ਦਇਆ ਹੈ, ਇਹ ਤਾਂ ਮੇਰਾ ਵਿਵੇਕ ਹੈ। ਤਾਂ ਇਸ ਨੂੰ ਕਹਿੰਦੇ ਆ, ਕੀ ਕਹਿੰਦੇ ਆ, ਲੀਪਾ ਪੋਥੀ ਕਰਨਾ, ਠੀਕ ਹੈ। ਤਾਂ ਲੀਪਾ ਪੋਥੀ ਮਤਲਬ ਗਲਤ ਕਰ ਦੇਣਗੇ, ਸਹੀ ਕਰਨ ਦੀ ਥਾਂ ਲੀਪਾ ਪੋਥੀ ਕਰਨਗੇ। ਜਿਵੇਂ ਪਿੱਛੇ ਸਾਡੇ ਇੱਕ ਮੰਦਿਰ ਦੇ ਵਿੱਚ ਸਾਊਂਡ ਸਿਸਟਮ ਦਾ ਇੰਚਾਰਜ ਹੈ, ਤਾਂ ਇੱਕ ਵਾਰੀ ਉਹਨੂੰ ਕਿਹਾ ਗਿਆ ਕਿ ਸਾਊਂਡ ਥੋੜੀ ਘੱਟ ਕਰ ਦੇ, ਜ਼ਿਆਦਾ। ਉਹ ਸਾਊਂਡ ਘੱਟ ਕਰਨ ਦੀ ਬਜਾਏ ਉਹ ਕੀ ਕਰਨ ਲੱਗਿਆ, ਆਪਣੇ ਜਸਟੀਫਾਈ ਕਰਨ, ਨਹੀਂ तो जी ये ਤਾਂ ਇਹਦੀ ਇਹ ਚੀਜ਼ ਹੈ, ਉਸਦੀ ਉਹ ਮਾਈਕ ਦਾ ਉਹ ਖਰਾਬੀ ਹੈ, ਇਹ ਹੈ ਉਹ। ਉਹਨੂੰ ਇਹ ਕਿਹਾ ਗਿਆ ਕਿ ਆਵਾਜ਼ ਘੱਟ ਕਰ ਦੇ, ਬਸ ਆਵਾਜ਼ ਘੱਟ ਕਰ ਦੇ ਕਰਨੀ ਚਾਹੀਦੀ ਹੈ, ਉਹਨੂੰ ਅੱਗੇ ਦਲੀਲ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਭਗਵਾਨ ਅਰਜੁਨ ਨੂੰ ਕੋਈ ਗੈਪ ਨਹੀਂ ਦੇ ਰਹੇ, ਨਾਲ ਹੀ ਕਹਿ ਰਹੇ हैं ਹਿਰਦੇ ਦੌਰਬल्य, ਮੇਰਾ ਵਿਵੇਕ ਮਤਲਬ ਪੂਜਨੀਆਂ ਨੂੰ ਮਾਰਨਾ ਨਹੀਂ ਚਾਹੀਦਾ, ਅਤੇ ਦਇਆ ਮਤਲਬ ਮੈਂ ਭਰਾਵਾਂ ਨੂੰ, ਮੇਰੇ ਭਰਾਵਾਂ ਨੂੰ ਦਰਦ ਹੋਵੇਗਾ। ਇਹ ਵਿਵੇਕ ਅਤੇ ਦਇਆ ਨਹੀਂ ਬਲਕਿ ਸ਼ੋਕ ਅਤੇ ਮੋਹ ਹੈ। ਸ਼ੋਕ ਕਿਸ ਦੇ ਪ੍ਰਤੀ ਹੈ? ਪੂਜਨੀਆਂ ਦੇ ਪ੍ਰਤੀ, ਜਿਨ੍ਹਾਂ ਦੀ ਪੂਜਾ ਕਰਦੇ ਆ। ਅਤੇ ਕਿਉਂ ਮਾਰਾਂਗਾ ਇਹਨਾਂ ਨੂੰ? ਅਤੇ ਮੋਹ ਕਿਸ ਦੇ ਪ੍ਰਤੀ ਹੈ? ਮੇਰੇ ਭਰਾਵਾਂ ਦੇ ਪ੍ਰਤੀ। ਤਾਂ ਦੋਨੋਂ ਹੀ ਜਿਹੜੀ ਹੈ ਮਨ ਦੀ ਦੁਰਬਲਤਾ ਹੈ, ਮਨ ਦੀ ਕਮਜ਼ੋਰੀ ਨੂੰ ਵਿਖਾ ਰਿਹਾ। ਮਤਲਬ ਪੂਜਨੀਆਂ ਦੇ ਪ੍ਰਤੀ ਜਿਹੜਾ ਹੈ ਮੋਹ, ਤੇ ਆਪਣੇ ਭਰਾਵਾਂ ਦੇ ਪ੍ਰਤੀ ਜਿਹੜਾ ਹੈ ਮੋਹ, ਇਹ ਸਾਰਾ ਕੀ ਹੈ? ਹਿਰਦੇ ਦੌਰਬल्य, ਮਤਲਬ ਦਿਲ ਦੀ ਕਮਜ਼ੋਰੀ ਹੈ। ਤਾਂ ਵਿਖਾ ਰਿਹਾ ਹੈ ਕਿ ਤੇਰਾ ਮਨ ਜਿਹੜਾ ਸ਼ੋਕਾਗੁਲਾ ਹੈ, ਤੇਰਾ ਮਨ ਮੋਹਿਤ ਹੈ। ਫਿਰ ਭਗਵਾਨ ਅੱਗੇ ਸਮਝਾ ਰਹੇ ਹੈ ਕਿ ਇਸ ਮਨ ਦੀ ਕਮਜ਼ੋਰੀ ਨੂੰ ਤਿਆਗ ਦਿਓ ਅਤੇ ਉਠੋ। हे ਪਰੰਤਪਾ, ਪਰਮ ਮਤਲਬ ਸ਼ਤਰੂਆਂ ਨੂੰ ਤਾਪ ਦੇਣ ਵਾਲੇ, ਤਾਪ ਪ੍ਰਦਾਨ ਕਰਨ ਵਾਲੇ, ਤੇ ਯੁੱਧ ਕਰੋ, ਠੀਕ ਹੈ। ਮਤਲਬ ਤੁਹਾਨੂੰ ਇੱਥੇ ਬੈਠਣ ਦੀ ਲੋੜ ਨਹੀਂ ਹੈ। ਹੁਣ ਪਿੱਛੇ ਕੀ ਹੋਇਆ ਸੀ ਕਿ ਅਰਜੁਨ ਜਿਹੜਾ ਬੈਠ ਚੁੱਕਿਆ ਸੀ, ਠੀਕ ਹੈ। ਅਰਜੁਨ ਜਿਹੜਾ ਆਪਣਾ ਧਨੁਸ਼, ਆਪਣਾ ਗਾਂਡੀ ਧਨੁਸ਼ ਜਿਹੜਾ ਸਾਈਡ ਤੇ ਰੱਖ ਕੇ ਉਹ ਪਿੱਛੇ ਬੈਠ ਗਿਆ ਸੀ, ਤੇ ਕਹਿਣ ਲੱਗ ਗਿਆ ਕਿ ਮੈਨੂੰ ਜਿਹੜਾ ਹੁਣ ਯੁੱਧ ਨਹੀਂ ਕਰਨਾ। ਪਰ ਇੱਥੇ ਭਗਵਾਨ ਕੀ ਕਹਿ ਰਹੇ, ਸਮਝਾ ਰਹੇ ਉਹਨੂੰ ਕਿ ਆਪਣੀ ਮਨ ਦੀ ਕਮਜ਼ੋਰੀ ਨੂੰ ਹਟਾਓ ਤੇ ਉਠੋ। ਤੁਸੀਂ ਸ਼ਤਰੂਆਂ ਨੂੰ ਤਾਪ ਦੇ ਪ੍ਰਦਾਨ ਕਰਨ ਵਾਲੇ ਹੋ, ਤਾਪ ਦੇਣ ਵਾਲੇ ਹੋ, ਤੇ ਉੱਠ ਕੇ ਤੁਸੀਂ ਯੁੱਧ ਕਰੋ। ਤਾਂ ਉਸਦੇ ਗੁਣਾਂ ਨੂੰ ਉਕਸਾ ਕੇ ਉਹਨੂੰ ਪ੍ਰੇਰਿਤ ਕਰ ਰਹੇ ਹਨ ਕਿ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ, ਕਿ ਇੱਥੇ ਭਗਵਾਨ ਅਰਜੁਨ ਨੂੰ ਉੱਠਣ ਵਾਸਤੇ ਕਹਿ ਰਹੇ ਹਨ, ਕਿਉਂਕਿ ਗਾਂਡੀ ਛੱਡ ਕੇ ਬੈਠ ਗਿਆ ਸੀ। ਹੁਣ ਬਲਦੇਵ ਵਿਦਿਆ ਵਿਭੂਸ਼ਣ ਆਪਣੀ ਟੀਕਾ ਹੀ ਲਿਖਦੇ ਹਨ ਕਿ ਅਰਜੁਨ ਨੂੰ ਪ੍ਰਥਾ ਕਹਿਣ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਉਹ ਸਿਰਫ ਕੁੰਤੀ ਦਾ ਪੁੱਤਰ ਹੈ, ਜਿਵੇਂ ਪਹਿਲਾਂ ਦੱਸਿਆ ਕਿ ਉਹ ਦੇਵਰਾਜ ਇੰਦਰ ਦਾ ਵੀ ਪੁੱਤਰ ਹੈ। ਇੱਕ ਵਾਰੀ ਇੰਦਰ ਨੇ ਜਿਹੜਾ ਅਰਜੁਨ ਨੂੰ ਆਪਣੇ ਕੋਲ ਬੁਲਾਇਆ ਸੀ। ਇੱਕ ਨਿਵਾਟ ਕਵਚ ਨਾਮ ਦਾ ਅਸੁਰ ਸੀ, ਜਿਹੜਾ ਕਿ ਦੇਵੀ ਦੇਵਤਾਵਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਸੀ। ਤਾਂ ਇੰਦਰ ਦੇਵਤਾ ਨੇ ਅਰਜੁਨ ਨੂੰ ਬੁਲਾਇਆ ਸੀ ਤਾਂ ਕਿ ਉਹਨੂੰ ਉਸਦਾ ਵੱਧ ਕਰਦੇ। ਤਾਂ ਅਰਜੁਨ ਨੇ ਜਿਹੜਾ ਹੈ ਇਕੱਲੇ ਹੀ 60,000 ਅਸੁਰਾਂ ਦਾ ਵੱਧ ਕਰਤਾ ਸੀ। ਤੇ ਇਹ ਨਿਵਾਟ ਕਵਚ, ਇਹ ਜਿਹੜਾ ਅਸੁਰ ਸੀ, ਇਹ ਦੇਵਤਾ ਨੂੰ ਪਰੇਸ਼ਾਨ ਕਰ ਰਿਹਾ ਸੀ। ਤਾਂ ਅਰਜੁਨ ਨੇ ਇਕੱਲਾ ਹੀ ਉਸਦਾ ਵੱਧ ਕਰ ਦਿੱਤਾ, ਤੇ ਭਗਵਾਨ ਕ੍ਰਿਸ਼ਨ ਵੀ ਉਸ ਵੇਲੇ ਉਸਦੇ ਨਾਲ ਨਹੀਂ ਸੀ। ਸਭ ਤੋਂ ਵੱਡੀ ਗੱਲ ਹੈ ਭਗਵਾਨ ਕ੍ਰਿਸ਼ਨ ਵੀ ਉਸਦੇ ਨਾਲ ਨਹੀਂ ਸੀ, ਫਿਰ ਵੀ ਉਹਨੇ ਵੱਧ ਕਰਤਾ ਸੀ, ਇਹਨੇ ਤਾਕਤਵਰ ਸ਼ਕਤੀਸ਼ਾਲੀ ਅਸੁਰ ਦਾ। ਤਾਂ ਭਗਵਾਨ ਅਰਜੁਨ ਨੂੰ ਯਾਦ ਦਿਵਾ ਰਹੇ ਹੈ ਕਿ ਉਹ ਦੇਵਰਾਜ ਇੰਦਰ ਦਾ ਪੁੱਤਰ ਹੈ, ਇੰਨਾ ਸ਼ਕਤੀਸ਼ਾਲੀ ਹੈ ਅਤੇ ਵਿਸ਼ਵ ਵਿਜੇਤਾ ਰਿਹਾ ਹੈ, ਤੇ ਜਿਸ ਦੀ ਵਿਸ਼ਵ ਵਿਜੇਤਾ ਮਤਲਬ ਉਹਦੀ ਕਦੇ ਹਾਰ ਨਹੀਂ ਹੋਈ ਸੀ। ਤਾਂ ਇਸ ਕਰਕੇ ਜਿਹੜਾ ਉਹਨੂੰ ਇਹ ਸਾਰੀ ਕਮਜ਼ੋਰੀ ਜਿਹੜੀ ਛੱਡ ਦੇਣੀ ਚਾਹੀਦੀ ਹੈ ਤੇ ਖੜੇ ਹੋ ਕੇ ਯੁੱਧ ਕਰਨਾ ਚਾਹੀਦਾ ਹੈ। ਹੁਣ ਜਿਵੇਂ ਕੋਈ ਬੰਦਾ, ਮੰਨ ਲਓ ਆਪਾਂ ਕੁਕਿੰਗ ਕਰਦੇ ਹਾਂ, ਤਾਂ ਕੁਕਿੰਗ ਕਰਦਾ ਕੋਈ, ਤਾਂ ਕੁਕਿੰਗ ਵਾਲਾ ਜਿਹੜੇ ਕਹੇ ਕਿ ਮੈਂ ਤਾਂ ਲਾਈਟਰ ਨਹੀਂ ਚਲਾਵਾਂਗਾ, ਇਸ ਨਾਲ ਤਾਂ ਕਈ ਕੀੜੇ ਮਰ ਜਾਣਗੇ, ਤਾਂ ਕੀ ਉਹ ਹਿੰਸਾ ਹੈ? ਤਾਂ ਉਹਨੂੰ ਕੁਕਿੰਗ ਨਹੀਂ ਕਰਨੀ ਚਾਹੀਦੀ, ਤਾਂ ਕੁਕਿੰਗ ਤਾਂ ਕਰਨੀ ਹੀ ਪੈਣੀ ਹੈ, ਠੀਕ ਹੈ। ਤਾਂ ਉਹ ਕੀ ਹੈ, ਉਹ ਕੀ ਕਹੇਗਾ, ਮੈਂ ਤਾਂ ਦਇਆ ਦਿਖਾ ਰਿਹਾ, ਠੀਕ ਹੈ। ਤਾਂ ਦਇਆ ਦਿਖਾ ਰਿਹਾ ਤਾਂ ਵੀ ਉੱਥੇ ਆਇਆ ਕੀ ਕਰਨ ਸੀ ਫਿਰ, ਠੀਕ ਹੈ। ਤਾਂ ਭਗਵਾਨ ਇਸ ਚੀਜ਼ ਕੀ ਕਹਿ ਰਹੇ ਵੀ ਆਪਣੇ ਸ਼ਤਰੂਆਂ ਦਾ ਨਾਸ਼ ਕਰਨ ਵਾਲੇ, ਇਹ ਪ੍ਰਥਾ ਪੁੱਤਰ, ਤੂੰ ਆਪਣਾ ਖੜਾ ਹੋ ਤੇ ਸਾਰੀ ਮੋਹ ਤਿਆਗ ਦੇ ਤੇ ਆਪਣਾ ਯੁੱਧ ਕਰ। ਹੁਣ ਇੱਥੇ ਭਗਵਾਨ ਕੀ ਕਹਿ ਰਹੇ, ਆਪਣਾ ਮੇਨ ਹੱਲ ਕੀ ਹੈ, ਮੇਨ ਪ੍ਰੋਬਲਮ ਕੀ ਹੈ? ਇੱਥੇ ਪ੍ਰੋਬਲਮ ਹੈ ਕਿ ਅਰਜੁਨ ਜਿਹੜਾ ਹੈ ਯੁੱਧ ਸਥਲ ਦੇ ਵਿੱਚ ਸ਼ੋਕਾਗੁਲ ਹੈ। ਉਹਨੂੰ ਸਾਹਮਣੇ ਆਪਣੇ ਪੂਜਨੀਏ ਦਿਖ ਰਹੇ ਹੈ, ਉਹਨੂੰ ਸਾਹਮਣੇ ਆਪਣੇ ਭਰਾ ਦਿਖ ਰਹੇ ਹੈ, ਜਿਨ੍ਹਾਂ ਨੂੰ ਉਹ ਮਾਰਨਾ ਨਹੀਂ ਚਾਹੁੰਦਾ, ਠੀਕ ਹੈ। ਤੇ ਸ਼ੋਕਾਗੁਲ ਇਸ ਕਰਕੇ ਕਿਉਂਕਿ ਉਹ ਮੋਹਿਤ ਹੈ।
ਤੇ ਉਹ ਨਹੀਂ ਚਾਹੁੰਦਾ ਕਿ ਆਪਣੇ ਪੂਜਨੀਆਂ ਦੇ ਜਿਨ੍ਹਾਂ ਦੇ ਪੈਰਾਂ 'ਚ ਫੁੱਲ ਰੱਖਣੇ ਚਾਹੀਦੇ ਆ ਉਹਨਾਂ ਦੇ ਉੱਪਰ ਬਾਣ ਚਲਾਵਾਂ ਮੈਂ। ਠੀਕ ਹੈ, ਤੇ ਇਸੇ ਤਰ੍ਹਾਂ ਅਗਲੇ ਸ਼ਲੋਕ ਦੇ ਵਿੱਚ ਜਿਹੜਾ ਹੈ ਅਰਜੁਨ ਆਪਣੀ ਦਲੀਲਾਂ ਦੇ ਰਿਹਾ ਔਰ ਭਗਵਾਨ ਨੂੰ ਕਹਿ ਰਿਹਾ। ਅਗਲੇ ਸ਼ਲੋਕ ਕੀ ਹੈ? अगला श्लोक है कथम भीषम अहम सख्य द्रोणम च मधुसूदन इषुभि प्रतियोतम तस्यामि पूजा हावरी सूदनम। इत्थे कह रहे हैं अर्जुन ने कहा, हे शत्रुहंता, दुश्मनों ਨੂੰ ਮਾਰਨ ਵਾਲੇ, हे मधुसूदन, मैं जंग ਦੇ मैदान ਵਿੱਚ किंज भीषम ਅਤੇ द्रोण ਵਰਗੇ ਪੂਜਨ ਯੋਗ ਵਿਅਕਤੀਆਂ ਦੇ ਉਲਟ ਕੇ ਬਾਣ ਚਲਾਵਾਂਗਾ। ਤਾਂ ਪ੍ਰਭੂਪਾ ਲਿਖ ਰਹੇ ਆਗੇ ਕਿ ਭੀਸ਼ਮ ਪਿਤਾਮਾ ਅਤੇ द्रोणाचार्य ਵਰਗੇ ਸਨਮਾਨਿਤ ਮਨੁੱਖ ਹਮੇਸ਼ਾ ਹੀ ਪੂਜਣਯੋਗ ਹਨ। ਜੇਕਰ ਉਹ ਹਮਲਾ ਵੀ ਕਰ ਦੇਣ ਤਾਂ ਵੀ ਉਹਨਾਂ ਤੇ ਉਲਟਾ ਹਮਲਾ ਨਹੀਂ ਕਰਨਾ ਚਾਹੀਦਾ। ਇਹ ਸਧਾਰਨ ਸ਼ਿਸ਼ਟਾਚਾਰ ਹੈ ਕਿ ਗੁਰੂਆਂ ਨਾਲ ਗੱਲੀ ਬਾਤੀ ਵੀ ਜੰਗ ਨਹੀਂ ਨਾ ਕੀਤੀ ਜਾਵੇ। ਇੱਥੋਂ ਤੱਕ ਕਿ ਜੇ ਕਦੇ ਉਹ ਰੁੱਖਾ ਵਰਤਾਅ ਵੀ ਕਰਨ ਤਾਂ ਵੀ ਉਹਨਾਂ ਨਾਲ ਰੁੱਖਾ ਵਰਤਾਅ ਨਾ ਕੀਤਾ ਜਾਵੇ। ਤਾਂ ਫਿਰ ਭਲਾ ਅਰਜੁਨ ਉਹਨਾਂ ਤੇ ਬਾਣ ਕਿਵੇਂ ਛੱਡ ਸਕਦਾ ਸੀ? ਕੀ ਅਰਜੁਨ ਕਦੇ ਆਪਣੇ ਪਿਤਾਮਾ ਦਾਦਾ ਨਾਲ ਉਗਰਸੇਨ ਜਾਂ ਆਪਣੇ ਆਚਾਰਿਆ ਗੁਰੂ ਸੰਦੀਪਨੀ ਤੇ ਹੱਥ ਚੁੱਕ ਸਕਦੇ ਸਨ? ਅਰਜੁਨ ਨੇ ਕ੍ਰਿਸ਼ਨ ਸਾਹਮਣੇ ਅਜਿਹੀਆਂ ਦਲੀਲਾਂ ਦੇ ਦਿੱਤੀਆਂ। ਤਾਂ ਅਰਜੁਨ ਅੱਗੇ ਹੋਰ ਦਲੀਲਾਂ ਦੇ ਰਿਹਾ ਭਗਵਾਨ ਨੂੰ। ਤਾਂ ਅਰਜੁਨ ਕੀ ਕਹਿ ਰਿਹਾ? ਭੀਸ਼ਣ ਅਤੇ द्रोण ਨਾਲ ਮੈਂ ਕਿਵੇਂ ਯੁੱਧ ਕਰਾਂਗਾ? ਭੀਸ਼ਮ ਪਿਤਾਮਾ ਹੈ, द्रोण ਗੁਰੂ ਹੈ, ਕਿੰਜ ਕਰ ਸਕਦਾ ਮੈਂ ਕਿ ਉਹਨਾਂ ਤੇ ਚਲਾਵਾਂ ਬਾਣ ਚਲਾਵਾਂ ਮੈਂ? ਤਾਂ ਅੱਗੇ ਕਹਿ ਪੂਜਾ ਅਵਰੀ ਸੂਦਨਾ, ਮਤਲਬ ਆਪ ਅਰਜੁਨ ਕਹਿ ਰਿਹਾ ਹੈ ਕਿ ਤੁਸੀਂ ਅਰੀਸੂਦਨ ਹੋ। ਇੱਥੇ ਭਗਵਾਨ ਦੇ ਦੋ ਨਾਮ ਦੱਸੇ ਗਏ, ਇੱਕ ਅਰੀਸੂਦਨ ਤੇ ਇੱਕ ਮਧੂਸੂਦਨ। ਅਰੀਸੂਦਨ ਮਤਲਬ ਹੈ ਤੁਸੀਂ ਦੁਸ਼ਮਣਾਂ ਨੂੰ ਮਾਰਿਆ, ਤੁਸੀਂ ਕਈ ਆਪਣੇ ਦੁਸ਼ਮਣਾਂ ਨੂੰ ਮਾਰਿਆ। ਤੇ ਮਧੂਸੂਦਨ ਮਤਲਬ ਤੁਸੀਂ ਮਧੂ ਨਾਮ ਦੇ ਅਸੁਰ ਦਾ ਇੱਕ ਵੱਧ ਕੀਤਾ। ਤਾਂ ਇਸ ਤਰ੍ਹਾਂ ਅਰਜੁਨ ਆਪਣੀ ਗੱਲ ਰੱਖ ਰਿਹਾ। ਜਿਵੇਂ ਤੁਸੀਂ ਕਦੇ ਸੁਣਿਆ ਕਿ ਸਾਡੇ ਮੁੰਡੇ ਨੇ ਤਾਂ ਅੱਜ ਤੱਕ ਕਿਸੇ ਨੂੰ ਪਲਟ ਕੇ ਜਵਾਬ ਵੀ ਨਹੀਂ ਦਿੱਤਾ। ਠੀਕ ਹੈ, ਤਾਂ ਉਹ ਬਹੁਤ ਚੰਗੇ ਬੱਚਿਆਂ ਦਾ ਇਹ ਗੁਣ ਹੁੰਦਾ ਹੈ ਕਿ ਉਹ ਕਦੇ ਪਲਟ ਕੇ ਜਵਾਬ ਨਹੀਂ ਦਿੰਦੇ। ਠੀਕ ਹੈ, ਪਿਤਾ ਭਾਵੇਂ ਨਾਸਤਿਕ ਵੀ ਹੋਵੇ, ਅਭਦਰ ਵਿਵਹਾਰ ਵੀ ਕਰੇ, ਤਾਂ ਵੀ ਜਿਹੜਾ ਹੈ ਉਹਨਾਂ ਨਾਲ ਕੋਈ ਅਭਦਰ ਵਿਵਹਾਰ ਨਹੀਂ ਕਰਨਾ ਚਾਹੀਦਾ। ਮਤਲਬ ਆਪਣੇ ਸ਼ਾਸਤਰ ਕਹਿੰਦੇ ਆ ਕਿ ਜੇਕਰ ਪਿਤਾ ਜਿਹੜਾ ਹੈ ਅਭਦਰ ਵੀ ਹੋਵੇ, ਨਾਸਤਿਕ ਵੀ ਹੋਵੇ, ਤਾਂ ਵੀ ਉਹਨਾਂ ਨਾਲ ਅਭਦਰ ਵਿਵਹਾਰ ਨਹੀਂ ਕਰਨਾ ਚਾਹੀਦਾ। ਜਿਵੇਂ ਹਿਰਨਿਆਕਸ਼ਿਪੂ ਦੀ ਐਗਜ਼ਾਮਪਲ ਹੈ। ਹਿਰਨਿਆਕਸ਼ਿਪੂ ਨਾਲ ਅਭਦਰ ਕਿਹੜਾ ਹੋ ਸਕਦਾ? ਪਰ ਪ੍ਰਹਲਾਦ ਮਹਾਰਾਜ ਉਹਨਾਂ ਨੂੰ ਕੀ ਕਹਿੰਦੇ ਸੀ? ਪਵਾਨ ਬੋਲਦੇ ਸੀ। ਪਵਾਨ ਮਤਲਬ ਆਪ ਕਹਿੰਦੇ ਸੀ, ਪ੍ਰੇਮ ਨਾਲ ਬੋਲਦੇ ਸੀ, ਮਤਲਬ ਕਦੇ ਅਭਦਰ ਨਹੀਂ ਬੋਲਣਾ ਚਾਹੀਦਾ। ਤਾਂ ਇਹ ਸਾਡਾ ਕਰਤੱਵ ਨਹੀਂ ਹੈ ਕਿ ਆਪਾਂ ਆਪਣੇ ਪੂਜਨੀਆਂ ਨਾਲ ਜਿਹੜਾ ਅਭਦਰ ਬੋਲੀਏ। ਠੀਕ ਹੈ, ਭਗਤੀ ਨਹੀਂ ਕਰਦੇ ਨਾ ਸਹੀ, ਕੋਈ ਗੱਲ ਨਹੀਂ, ਆਪਾਂ ਉਹਨਾਂ ਦੀ ਨਾ ਸੁਣੀਏ, ਇਹ ਵੀ ਠੀਕ ਨੇ, ਪਰ ਅਭਦਰ ਵਿਵਹਾਰ ਨਹੀਂ ਕਰਨਾ ਚਾਹੀਦਾ। ਤਾਂ ਅਰਜੁਨ ਇੱਥੇ ਕਹਿ ਰਿਹਾ ਹੈ ਜਿਨ੍ਹਾਂ ਦੇ ਚਰਨਾਂ ਵਿੱਚ ਭਗਤੀ ਭਾਵ ਨਾਲ ਫੁੱਲ ਚੜਾਉਣੇ ਚਾਹੀਦੇ ਹਨ, ਕਿ ਉਹਨਾਂ ਨੂੰ ਗੁੱਸੇ ਨਾਲ, ਤਿੱਖੇ ਬਾਣ ਨਾਲ ਮਾਰਨਾ ਉਚਿਤ ਹੈ। ਤਾਂ ਜਿਸ ਤਰ੍ਹਾਂ ਆਪਾਂ ਸ਼੍ਰੀ ਪ੍ਰਭੂਪਾਦ ਦੇ ਚਰਨਾਂ ਵਿੱਚ ਆਪਾਂ ਫੁੱਲ ਚੜਾਉਂਦੇ ਹਾਂ ਕਿਉਂਕਿ ਸਾਡੀ ਉਹਨਾਂ ਦੇ ਪ੍ਰਤੀ ਗੁਰੂ ਭਾਵਨਾ ਹੈ, ਇਸ ਤਰ੍ਹਾਂ ਅਰਜੁਨ ਵੀ ਆਪਣੇ ਗੁਰੂਆਂ ਦੇ ਪ੍ਰਤੀ, ਆਪਣੇ ਪਿਤਾਵਾਂ ਦੇ ਪ੍ਰਤੀ ਉਹਦੀ ਗੁਰੂ ਭਾਵਨਾ ਹੈ। ਤਾਂ ਅਰਜੁਨ ਕਹਿ ਰਿਹਾ ਕਿ ਜਿਨ੍ਹਾਂ ਦੇ ਚਰਨਾਂ 'ਚ ਫੁੱਲ ਚੜਾਉਣੇ ਚਾਹੀਦੇ ਹਨ, ਉਹਨਾਂ ਦੀ ਛਾਤੀ ਦੇ ਬਾਣ ਕਿਵੇਂ ਚਲਾਵਾਂਗਾ? ਮਤਲਬ ਇਹ ਉਚਿਤ ਨਹੀਂ ਹੈ। ਇੱਥੇ ਮਧੂਸੂਦਨ ਸ਼ਬਦ ਦਾ ਇਸਤੇਮਾਲ ਕਰਕੇ ਅਰਜੁਨ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਹਿ ਰਹੇ ਹਨ ਕਿ ਤੁਸੀਂ ਯੁੱਧ ਵਿੱਚ ਦੁਸ਼ਮਣਾਂ ਨੂੰ ਮਾਰਿਆ ਹੈ, ਪਰ ਆਪਣੇ ਗੁਰੂ ਸਾਂਦੀਪੁਨੀ ਜਾਂ ਆਪਣੇ ਨਿੱਜ ਬੰਧੂ ਜਾਂ ਯਦੂਗਣ ਇਹਨਾਂ ਨੂੰ ਮਾਰਿਆ ਕਦੇ? ਇੱਕ ਤਰ੍ਹਾਂ ਭਗਵਾਨ ਨੂੰ ਕੁਐਸਚਨ ਪੁੱਛ ਰਿਹਾ ਅਰਜੁਨ ਵੀ ਕਿਆ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਰਨ ਵਾਸਤੇ, ਕਿਆ ਤੁਸੀਂ ਕਦੇ ਇੱਦਾਂ ਦਾ ਕੰਮ ਕੀਤਾ? ਤਾਂ ਇਸ ਤਰ੍ਹਾਂ ਨਾਲ ਅਰਜੁਨ ਭਗਵਾਨ ਨੂੰ ਕਹਿ ਰਿਹਾ ਹੈ ਕਿ ਜੇਕਰ ਇਹ ਕੰਮ ਤੁਹਾਨੂੰ ਕਰਨਾ ਪੈਂਦਾ ਤਾਂ, ਜਿਵੇਂ ਕਈ ਵਾਰ ਹੁੰਦਾ ਨਾ ਕਿ ਆਪਣਾ ਕੋਈ ਸੀਨੀਅਰ ਡਿਵੋਟੀ ਆਪਾਂ ਨੂੰ ਕੋਈ ਸੇਵਾ ਦੇ ਦਿੰਦਾ, ਮੁਸ਼ਕਿਲ ਲੱਗਦੀ ਆਪਾਂ ਨੂੰ, ਤਾਂ ਫਿਰ ਆਪਾਂ ਨੂੰ ਕਦੇ ਆਪ ਕੀਤਾ ਹੋਵੇ ਤਾਂ ਪਤਾ ਲੱਗੇ। ਆਪਾਂ ਮਨ ਵਿੱਚ ਕਈ ਵਾਰ ਵਿਚਾਰ ਆ ਜਾਂਦਾ ਕਿ ਆਪ ਤਾਂ ਬੈਠੇ ਆਰਾਮ ਕਰ ਰਹੇ ਹਾਂ ਪਰ ਸਾਨੂੰ ਇਹ ਕਸ਼ਟ ਦੇ ਰਹੇ ਆ। ਠੀਕ ਹੈ, ਤਾਂ ਇਸ ਤਰ੍ਹਾਂ ਅਰਜੁਨ ਜਿਹੜਾ ਭਗਵਾਨ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਤਾਂ ਇਹ ਕੰਮ ਕਰਨ ਨੂੰ ਕਹਿ ਰਹੇ ਹੋ, ਤੁਸੀਂ ਆਪ ਕਦੇ ਇਹ ਕੰਮ ਕੀਤਾ? ਤੁਸੀਂ ਕਦੇ ਆਪਣੇ ਗੁਰੂ ਤੇ ਬਾਣ ਚਲਾਇਆ? ਕਦੇ ਆਪਣੇ ਪੂਜਨੇ ਆਪਣੇ ਦਾਦਾ ਦੇ ਤੀਰ ਚਲਾਇਆ? ਤਾਂ ਇਸ ਤਰ੍ਹਾਂ ਮਤਲਬ ਅਰਜੁਨ ਜਿਹੜਾ ਹੋਰ ਦਲੀਲਾਂ ਦੇ ਰਿਹਾ। ਠੀਕ ਹੈ, ਪਰ ਭਗਵਾਨ ਦੀ ਜਿਹੜੀ ਬੁੱਧੀ ਹੈ ਉਹ ਅਸੀਮਿਤ ਹੈ। ਹੁਣ ਜਿਵੇਂ ਅਰਜੁਨ ਦਲੀਲ ਦੇ ਰਿਹਾ, ਪਰ
अर्जुन ਨੂੰ ਸਮਝ ਆ ਰਿਹਾ ਕਿ ਉਹ ਅਰੀਸੂਦਨ ਵਰਡ ਜਿਹੜਾ ਕਿਉਂ ਯੂਜ਼ ਕਰ ਰਿਹਾ ਹੈ ਜਾਂ ਮਧੂਸੂਦਨ ਵਰਡ ਬੋਲ ਕੇ ਕੀ ਕਹਿਣਾ ਚਾਹੁੰਦਾ ਹੈ ਅਰਜੁਨ। ਤਾਂ ਅਜੇ ਭਗਵਾਨ ਨੇ ਕੋਈ ਉਪਦੇਸ਼ ਦੇਣਾ ਸ਼ੁਰੂ ਨਹੀਂ ਕੀਤਾ ਅਰਜੁਨ ਨੂੰ। ਕਿਉਂ? ਕਿਉਂਕਿ ਅਜੇ ਸਾਰਾ ਕੁਝ ਮਿੱਤਰਤਾ ਦੋਸਤੀ ਵਾਲਾ ਵਿਵਹਾਰ ਚੱਲ ਰਿਹਾ, ਦੋਸਤੀ ਬਾਰੇ ਕੁਐਸਚਨ ਆਰਗੂਮੈਂਟ ਚੱਲ ਰਹੇ ਹੈ। ਠੀਕ ਹੈ, ਤਾਂ ਕੀ ਭੀਸ਼ਣ ਨੇ ਆਪਣੇ ਗੁਰੂ ਪਰਸ਼ੂਰਾਮ ਨਾਲ ਯੁੱਧ ਨਹੀਂ ਕੀਤਾ ਸੀ? ਪਰਸ਼ੂਰਾਮ ਨੇ ਤਾਂ ਕਿਹਾ ਸੀ ਕਿ ਜਾਂ ਤਾਂ ਤੂੰ ਅੰਬਿਕਾ ਨਾਲ ਮੈਰਿਜ ਕਰ ਲੈ, ਵਿਆਹ ਕਰ ਲੈ, ਜਾਂ ਫਿਰ ਮੇਰੇ ਨਾਲ ਯੁੱਧ ਕਰ। ਤਾਂ ਭੀਸ਼ਮ ਨੇ ਕੀ ਕਿਹਾ ਸੀ? ਮੈਂ ਸ਼ਾਦੀ ਨਹੀਂ ਕਰਾਂਗਾ ਪਰ ਯੁੱਧ ਕਰਾਂਗਾ। ਤੇ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਫਿਰ ਨਾਰਦ ਮੁਨੀ ਆਏ ਸੀ, ਨਾਰਦ ਮੁਨੀ ਨੇ ਉਹਨਾਂ ਨੂੰ ਛੁਡਾਇਆ ਤੇ ਯੁੱਧ ਤੋਂ ਹਟਾਇਆ। ਤਾਂ ਇੱਥੇ ਇੱਕ ਸ਼ਾਸਤਰਾਂ ਦਾ ਇੱਕ ਨਿਯਮ ਹੈ ਜਿਹਨੂੰ ਆਪਾਂ ਕਹਿੰਦੇ ਆ ਅਹੂਤੋ ਨਾ ਨਿਵਰਤੇ ਤੇ, ਮਤਲਬ ਜਦੋਂ ਕੋਈ ਖੱਤਰੀ ਨੂੰ ਲਲਕਾਰਦਾ ਹੈ ਤਾਂ ਖੱਤਰੀ ਪਿੱਛੇ ਨਹੀਂ ਹਟ ਸਕਦਾ। ਠੀਕ ਹੈ, ਇੱਕ ਵਾਰੀ ਜਦੋਂ ਯੁਧਿਸ਼ਟਰ ਮਹਾਰਾਜ ਯੁੱਧ ਕਰ ਰਹੇ ਸੀ, ਅਰਜੁਨ ਕਿਤੇ ਹੋਰ ਚਲਾ ਗਿਆ ਸੀ, ਤਾਂ ਕਰਨ ਨੇ ਜਿਹੜਾ ਯੁਧਿਸ਼ਟਰ ਮਹਾਰਾਜ ਨੂੰ ਹਰਾਤਾ ਸੀ। ਤਾਂ ਜਦੋਂ ਆਪਣੇ ਟੈਂਟ ਦੇ ਵਿੱਚ ਗਏ ਤਾਂ ਅਰਜੁਨ ਜਿਹੜਾ ਉਹਨਾਂ ਨੂੰ ਮਿਲਣ ਗਿਆ ਸੀ ਬਾਅਦ ਵਿੱਚ, ਤਾਂ ਅਰਜੁਨ ਹਾਲ ਚਾਲ ਪੁੱਛਣ ਗਿਆ ਸੀ, ਕਿੱਥੇ ਵੀ ਚੋਟ ਚੂਟ ਤਾਂ ਨਹੀਂ ਲੱਗੀ, ਕਿੱਥੇ ਕੁਛ ਹੋਇਆ ਤਾਂ ਨਹੀਂ। ਤਾਂ ਅਰਜੁਨ ਨੂੰ ਯੁਧਿਸ਼ਟਰ ਮਹਾਰਾਜ ਨੇ ਇੱਕ ਕੁਐਸਚਨ ਪੁੱਛਿਆ ਸੀ, ਕਿਆ ਤੂੰ ਕਰਨ ਨੂੰ ਮਾਰ ਕੇ ਆਇਆ? ਤਾਂ ਅਰਜੁਨ ਨੇ ਕਿਹਾ ਨਹੀਂ। ਫਿਰ ਅਰਜੁਨ ਨੂੰ ਕਿਹਾ ਕਿ ਤੈਨੂੰ ਆਪਣਾ ਗਾਂਡੀ ਤੈਨੂੰ ਛੱਡ ਦੇਣਾ ਚਾਹੀਦਾ ਜੇ ਤੂੰ ਕਰਨ ਨੂੰ ਨਹੀਂ ਮਾਰ ਕੇ ਆਇਆ। ਤਾਂ ਇਹ ਗੱਲ ਸੁਣ ਕੇ ਜਿਹੜਾ ਉਹਨੂੰ ਗੁੱਸਾ ਆ ਗਿਆ। ਤਾਂ ਅਰਜੁਨ ਕੀ ਕਹਿ ਰਿਹਾ, ਮਤਲਬ ਅਰਜੁਨ ਨੂੰ ਗੰਢੀ ਛੱਡ ਦੇਣਾ, ਮਤਲਬ ਖੱਤਰੀ ਨੂੰ ਜੇ ਉਹਦਾ, ਕਿਉਂਕਿ ਉਹਨੇ ਪ੍ਰਣ ਲਿੱਤਾ ਸੀ, ਕਸਮ ਖਾਦੀ ਸੀ ਕਿ ਜੇ ਮੈਨੂੰ ਕੋਈ ਗੰਢੀ ਛੱਡਣ ਵਾਸਤੇ ਕਹੇਗਾ ਮੈਂ ਉਹਦਾ ਸਿਰ ਕੱਟਦਾ, ਉਹ ਇੱਕ ਅਲੱਗ ਕਹਾਣੀ ਹੈ। ਠੀਕ ਹੈ, ਤਾਂ ਮਤਲਬ ਇਹ ਹੈ ਕਿ ਜੇ ਖੱਤਰੀ ਨੂੰ ਕੋਈ ਲਲਕਾਰਦਾ ਹੈ ਤਾਂ ਉਹਨੂੰ ਉਸਦਾ ਲਲਕਾਰ ਸੁਣ ਕੇ ਉਸਨੂੰ ਹਮਲਾ, ਉਹਦਾ ਸਾਹਮਣਾ ਕਰਨਾ ਚਾਹੀਦਾ, ਉਹਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਜਿਵੇਂ ਅਰਜੁਨ ਹਟ ਰਿਹਾ। ਤਾਂ ਇੱਥੇ ਅਰਜੁਨ ਕਹਿ ਰਿਹਾ ਕਿ ਭੀਸ਼ਮ ਮੇਰੇ ਪਿਤਾਮਾ ਹੈ ਤੇ ਦ੍ਰੋਣ ਮੇਰੇ ਵਿਦਿਆ ਗੁਰੂ ਹੈ, ਤਾਂ ਮੈਂ ਇਹਨਾਂ ਤੇ ਕਿੰਨਾ ਬਾਣਾਂ ਨਾਲ ਯੁੱਧ ਕਿਵੇਂ ਕਰਾਂਗਾ, ਜਿਨ੍ਹਾਂ ਦੀ ਪੂਜਾ ਫੁੱਲਾਂ ਅਤੇ ਹੋਰ ਸਮਾਨ ਵਾਲੀ ਚੀਜ਼ਾਂ ਨਾਲ ਹੋਣੀ ਚਾਹੀਦੀ ਹੈ, ਉਹਨਾਂ ਨਾਲ ਮਜ਼ਾਕ ਵਿੱਚ ਵੀ ਯੁੱਧ ਕਰਨਾ ਉਚਿਤ ਨਹੀਂ ਹੈ। ਕਿ ਤੁਸੀਂ ਮੈਨੂੰ ਅਸਲ ਯੁੱਧ ਕਰਨ ਵਾਸਤੇ ਕਹਿ ਰਹੇ ਹੋ, ਤਾਂ ਮੈਂ ਉਹਨਾਂ ਦੇ ਬਾਣਾਂ ਨਾਲ ਕਿਵੇਂ ਪ੍ਰਹਾਰ ਕਰ ਸਕਦਾ। ਇੱਥੇ ਕ੍ਰਿਸ਼ਨ ਨੂੰ ਮਧੂਸੂਦਨ ਤੇ ਅਰੀਸੂਦਨ ਕਹਿ ਕੇ 2 ਵਾਰੀ ਸੰਬੋਧਿਤ ਕੀਤਾ ਗਿਆ। ਠੀਕ ਹੈ, 2 ਵਾਰੀ। ਠੀਕ ਹੈ, 2 ਵਾਰੀ ਕਿਉਂ ਕਰ ਰਿਹਾ ਅਰਜੁਨ? ਇੱਕ ਵਾਰੀ ਤਾਂ ਕਹਿ ਸਕਦੀ ਅਰੀਸੂਦਨ ਜਾਂ ਮਧੂਸੂਦਨ, 2 ਵਰਡ ਕਹਿ ਰਿਹਾ। ਅਰੀਸੂਦਨ ਮਤਲਬ ਦੁਸ਼ਮਣਾਂ ਨੂੰ ਹਮਲਾ ਕਰਨ ਵਾਲਾ, ਦੁਸ਼ਮਣਾਂ ਨੂੰ ਮਾਰਨ ਵਾਲਾ, ਤੇ ਦੂਸਰਾ ਮਧੂਸੂਦਨ ਜਿਸਨੇ ਮਧੂ ਨਾਮ ਦਾ ਵਧ ਕੀਤਾ ਜੀ, ਅਸੁਰ। ਠੀਕ ਹੈ, ਜਿਵੇਂ ਆਪਾਂ ਕਈ ਵਾਰੀ ਕੋਈ ਡਿਸਟਰਬ ਹੁੰਦਾ ਨਾ ਬੰਦਾ, ਤਾਂ ਕੋਈ ਗੱਲ ਕਹਿਣੀ ਹੁੰਦੀ ਹੈ ਤਾਂ ਬਾਰ-ਬਾਰ ਰਿਪੀਟ ਕਰਦਾ ਕਿਉਂਕਿ ਉਹ ਡਿਸਟਰਬ ਹੁੰਦਾ। ਹੁਣ ਇੱਥੇ ਅਰਜੁਨ ਡਿਸਟਰਬ ਹੈ, ਸ਼ੋਕਾਕੁਲ ਹੈ, ਤੇ ਇਸ ਕਰਕੇ ਜਿਹੜਾ ਉਹ ਬਾਰ-ਬਾਰ ਕਹਿ ਰਿਹਾ। ਉਸਦੇ ਕਹਿਣ ਦਾ ਮਤਲਬ ਹੈ ਕਿ ਇਹ ਕ੍ਰਿਸ਼ਨ ਤੁਸੀਂ ਦੁਸ਼ਮਣਾਂ ਦਾ ਯੁੱਧ ਦੇ ਮੈਦਾਨ ਵਿੱਚ ਵੱਧ ਕਰਦੇ ਹੋ, ਮਤਲਬ ਅਰੀਸੂਦਨ ਹੋ, ਪਰ ਤੁਸੀਂ ਕਦੇ ਵੀ ਉਗਰਸੇਨ ਜਾਂ ਸੰਦੀਪਨੀ ਮੁਨੀ ਵਰਗੇ ਪੂਜਨੀਆਂ ਦਾ ਵੱਧ ਕਦੇ ਨਹੀਂ ਕੀਤਾ, ਤਾਂ ਮੈਂ ਕਿਉਂ ਕਰਾਂ। ਠੀਕ ਹੈ, ਤਾਂ ਜਿਵੇਂ ਆਪਾਂ ਕਹਿੰਦੇ ਕਿ ਕੋਈ 16 ਮਾਲਾ ਖੁਦ ਤਾਂ ਕਰਦਾ ਨਹੀਂ ਹੈ, ਪਰ ਆਪਾਂ ਨੂੰ ਕਹੇ ਕਿ 16 ਮਾਲਾ ਕਰੋ, 16 ਮਾਲਾ ਕਰੋ, ਤਾਂ ਉਹ ਗੱਲ ਜੱਚਦੀ ਨਹੀਂ ਹੈ। ਤਾਂ ਇੱਥੇ ਅਰਜੁਨ ਇਹ ਦਲੀਲ ਦੇ ਰਿਹਾ ਕਿ ਤੁਸੀਂ ਆਪ ਤਾਂ ਕਦੇ ਆਪਣੇ ਗੁਰੂ ਦੇ, ਆਪਣੇ ਪਰਦਾਦਾ ਤੇ ਕਦੇ ਹੱਥ ਨਹੀਂ ਚੁੱਕਿਆ, ਕਦੇ ਬਾਣ ਨਹੀਂ ਚਲਾਇਆ, ਕਦੇ ਵੱਧ ਨਹੀਂ ਕੀਤਾ ਉਹਨਾਂ ਦਾ, ਤੇ ਮੈਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਉਹਨਾਂ ਦਾ ਵੱਧ ਕਰਾਂ। ਤਾਂ ਇਸੇ ਜਿਹੜਾ 2 ਸ਼ਲੋਕ ਦੇ ਵਿੱਚ ਭਗਵਾਨ ਪਹਿਲਾਂ ਕੀ ਕਹਿ ਰਹੇ ਆ ਅਰਜੁਨ ਨੂੰ, ਕੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਜਿਹੜਾ ਆਪਣੇ ਕਰਤੱਵ ਤੋਂ ਜਿਹੜਾ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਆਪਾਂ ਆਪਣੇ ਧਰਮ ਜੋ ਲਿਖਿਆ ਹੈ ਉਸ ਨੂੰ ਆਪਾਂ ਪਿੱਛੇ ਹਟਦੇ ਹਾਂ ਤਾਂ ਉਹ ਕੀ ਹੈ, ਹਿਰਦੇ ਦੌਰਬલ્ਯ। ਹਿਰਦੇ ਦੌਰਬल्य ਮਤਲਬ ਉਹ ਇੱਕ ਤੁੱਛ ਜਿਹੜੀ ਹੈ ਕੰਮ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਜਿਹੜਾ ਭਗਵਾਨ ਅਰਜੁਨ ਨੂੰ ਕਹਿ ਰਹੇ ਕਿ ਆਪਣੇ ਮਤਲਬ ਇਹ ਬਿਮਾਰੀ ਉਹਨੂੰ ਕਿਉਂ ਪਈ ਅਰਜੁਨ ਨੂੰ, ਅਰਜੁਨ ਨੂੰ ਇਹ ਬਿਮਾਰੀ ਕਿਉਂ ਪਈ, ਕਿਹੜੀ ਬਿਮਾਰੀ ਦੀ ਗੱਲ ਹੋ ਰਹੀ ਹੈ ਕਿ ਉਹ ਯੁੱਧ ਦੇ ਮੈਦਾਨ ਤੋਂ ਪਿੱਛੇ ਹਟ ਰਿਹਾ। ਠੀਕ ਹੈ, ਇਸਦਾ ਇੱਕੋ ਕਾਰਨ ਹੈ ਕਿ ਆਸਕਤੀ। ਤਾਂ ਇਸਦਾ ਆਸਕਤੀ ਨੂੰ ਕਿਵੇਂ ਹਟਾਇਆ ਜਾਏ, ਆਪਣੇ ਜੀ ਆਸਕਤੀਆਂ, ਇਸੇ ਕਰਕੇ ਆਪਾਂ ਕਈ ਵਾਰ ਆਪਣੇ ਕਰਤੱਵ ਦਾ ਜਿਹੜਾ ਪੂਰੀ ਤਰ੍ਹਾਂ ਪਾਲਣ ਨਹੀਂ ਕਰ ਪਾਉਂਦੇ। ਠੀਕ ਹੈ, ਆਸਕਤੀਆਂ ਕਰਕੇ ਜਿਹੜਾ ਆਪਾਂ ਮੋਹ ਦੇ ਵਿੱਚ ਫਸੇ ਹੁੰਦੇ ਹਾਂ, ਠੀਕ ਹੈ, ਜਿਸ ਕਰਕੇ ਆਪਾਂ ਜਿਹੜਾ ਭਗਤੀ ਪੂਰੀ ਤਰ੍ਹਾਂ ਨਹੀਂ ਕਰ ਪਾਉਂਦੇ। ਤਾਂ ਹਿਰਦੇ ਦੁਰਬਲ ਹਿਰਦੇ ਦੇ ਮਤਲਬ ਹੈ ਕਿ ਆਪਾਂ ਆਪਣਾ ਕਰਤੱਵ ਪੂਰਾ ਨਹੀਂ ਕਰ ਰਹੇ। ਤਾਂ ਇਸ ਕਰਕੇ ਆਪਣੇ ਕਿਵੇਂ ਹੋ ਸਕਦਾ ਪੂਰਾ, ਜੇਕਰ ਆਪਾਂ ਸਾਧੂ ਸੰਗ ਲਈਏ।
ਸਾਧੂ ਸੰਗ ਨਾਲ ਆਪਣੀਆਂ ਸ਼ਕਤੀਆਂ ਦੂਰ ਹੋਣਗੀ। ਸਾਧੂ ਸੰਗ ਲਵਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਆਪਾਂ ਜਿਹੜਾ ਇਸ ਧਰਤੀ ਦੀ ਇਸ ਜਿਹੜੀ ਭੌਤਿਕ ਜਗਤ ਹੈ ਇੱਥੋਂ ਜਾਣਾ ਹੈ ਛੱਡ ਕੇ, ਇਹ ਆਪਾਂ ਨੂੰ ਬੁਰਾ ਲੱਗਣਾ ਚਾਹੀਦਾ। ਜਦੋਂ ਆਪਾਂ ਇਹਨੂੰ ਬੁਰਾ ਲੱਗਣ ਲੱਗ ਜਾਏਗਾ ਭੌਤਿਕ ਸੰਸਾਰ, ਤਾਂ ਇਸ ਮੀਨ ਆਪਾਂ ਆਪਣੀਆਂ ਸ਼ਕਤੀਆਂ ਛੁੱਟ ਰਹੀਆਂ। ਤੇ ਮੇਨ ਆਪਾਂ ਇਹ ਹੈ ਕਿ ਆਪਾਂ ਆਪਣੀਆਂ ਸ਼ਕਤੀਆਂ ਛੱਡਣੀਆਂ, ਠੀਕ ਹੈ। ਜਿਸ ਦੇ ਕਰਕੇ ਅਰਜੁਨ ਦੀ ਜਿਹੜੀ ਸ਼ਕਤੀਆਂ ਨਹੀਂ ਛੁੱਟ ਰਹੀ ਸੀ, ਉਹ ਆਪਣੇ ਮੋਹ ਦੇ ਵਿੱਚ ਡੁੱਬਿਆ ਹੋਇਆ ਸੀ, ਇਸ ਕਰਕੇ ਜਿਹੜਾ ਉਹ ਯੁੱਧ ਕਰਨ ਵਾਸਤੇ ਮਨਾ ਕਰ ਰਿਹਾ ਸੀ। ਹਰੇ ਕ੍ਰਿਸ਼ਨਾ। ਇਹ ਆਪਣਾ ਦੂਜਾ ਤੇ ਤੀਜਾ ਤੇ ਚੌਥਾ ਸ਼ਲੋਕ ਸੀ।